Friends, islets. Today, ਅੱਜ ਆਪਾਂ ਕਰਨ ਵਾਲੇ ਹਾਂ ਸਪੀਕਿੰਗ ਦਾ ਕਿਊ ਕਾਰਡ ਅਤੇ ਪਾਰਟ 3 ਦੇ ਕੁਐਸਚਨਸ। ਬਿਲਕੁਲ ਸਿੰਪਲ ਰੱਖਾਂਗੇ, ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਬੈਂਡ ਦੀ ਵੋਕੈਬਲਰੀ ਪਾ ਕੇ ਸੈਂਟੈਂਸ ਸਟਰਕਚਰ ਨੂੰ ਵੀ ਨਿਖਾਰਿਆ ਜਾ ਸਕੇ। ਤਾਂ ਕੁਐਸਚਨ ਆਪਣੇ ਕੋਲ ਟਾਕ ਅਬਾਊਟ ਅ ਟਾਈਮ ਯੂ ਯੂਜ਼ਡ ਅ ਮੈਪ। ਤਾਂ ਕੁਐਸਚਨ ਹੈ ਕਿ ਕੋਈ ਇਹੋ ਜਿਹਾ ਸਮਾਂ ਜਦੋਂ ਤੁਸੀਂ ਮੈਪ ਨੂੰ ਵਰਤਿਆ। ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਮੈਪ ਕੀ ਹੁੰਦਾ ਹੈ। ਫਿਰ ਫਰਦਰ ਕਿਹਾ ਗਿਆ ਵੈਨ ਇਟ ਵਾਸ, ਕਦੋਂ ਸੀ, ਕਿੱਥੇ ਸੀ ਤੇ ਕਿਹੋ ਜਿਹਾ ਮੈਪ ਤੁਸੀਂ ਵਰਤਿਆ ਤੇ ਕਿਸ ਤਰ੍ਹਾਂ ਤੁਹਾਡੇ ਲਈ ਹੈਲਪਫੁਲ ਜਾਂ ਸਹਾਇ ਹੋਇਆ। ਦੇਖੋ, ਪਹਿਲਾਂ ਤੁਹਾਨੂੰ 1 ਮਿੰਟ ਮਿਲਣਾ ਹੈ ਇਹਨੂੰ ਤਿਆਰ ਕਰਨ ਲਈ। ਤਾਂ ਤੁਸੀਂ ਤਿਆਰ ਕੀ ਕਰਨਾ, ਤੁਸੀਂ ਉਹਨੂੰ ਕਿਵੇਂ ਪ੍ਰੈਜ਼ੈਂਟ ਕਰਨਾ, ਤੁਸੀਂ ਉਹਨੂੰ ਸੈਂਟੈਂਸ 'ਚ ਕਿਵੇਂ ਲਾਉਣਾ, ਤੁਸੀਂ ਕਿਹੜੇ ਕਿਵੇਂ ਕਨੈਕਟਰ ਵਰਤਣੇ ਹੈ, ਤੁਸੀਂ ਕਿਹੋ ਜਿਹੀ ਇੰਗਲਿਸ਼ ਵਰਤਣੀ ਹੈ, ਤੁਸੀਂ ਕਿਹੜੇ ਈਡੀਅਮ ਵਰਤ ਸਕਦੇ ਹੋ। ਇਹ ਸਾਰਾ ਕੁਝ ਡਿਸਾਈਡ ਕਰੂਗਾ ਤੁਹਾਡਾ ਕੀ ਸਕੋਰ ਹੋਊਗਾ ਜਾਂ ਹੋ ਸਕਦਾ ਹੈ। ਬਟ ਫਿਰ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਸਕੋਰ ਨੂੰ ਜਿੰਨਾ ਕੁ ਵਧਾਇਆ ਜਾ ਸਕੇ। ਚਲੋ ਫਿਰ ਸ਼ੁਰੂ ਕਰੀਏ। ਜਦੋਂ ਤੁਹਾਨੂੰ 1 ਮਿੰਟ ਮਿਲਦਾ ਹੈ, ਸਭ ਨਾਲੋਂ ਪਹਿਲਾਂ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਕੁਐਸਚਨ ਨੂੰ ਥੋੜਾ ਜਿਹਾ ਬਦਲਣ ਦੀ। ਜਿਵੇਂ ਕਿ ਆਪਾਂ ਨੂੰ ਕਿਹਾ ਗਿਆ ਟਾਕ ਅਬਾਊਟ ਅ ਟਾਈਮ, ਟਾਈਮ ਦੀ ਜਗ੍ਹਾ ਆਪਾਂ ਕਹਿ ਸਕਦੇ ਇੰਸਟੈਂਸ। INSTANCE। ਯੂਜ਼ਡ ਨੂੰ ਆਪਾਂ ਕਹਿ ਸਕਦੇ ਯੂਟੀਲਾਈਜ਼ਡ। ਚਲੋ ਮੈਪ ਨੂੰ ਮੈਪ ਹੀ ਰਹਿਣ ਦਿਓ। ਤਾਂ ਪਹਿਲੀ ਲਾਈਨ ਐ ਬਣ ਸਕਦੀ ਹੈ ਟੁਡੇ ਆਈ ਐਮ ਗੋਇੰਗ ਟੂ ਟਾਕ ਅਬਾਊਟ ਐਨ ਇੰਸਟੈਂਸ when I utilized a map। ਓਕੇ, ਪਹਿਲੀ ਲਾਈਨ ਤੁਹਾਡੀ ਆ ਬਣ ਗਈ। ਥੋੜੀ ਜੀ ਤੁਸੀਂ ਰੀਫਰੇਜ਼ਿੰਗ ਕੀਤੀ ਹੈ। ਨੈਕਸਟ ਲਾਈਨ ਜਿਹੜੀ ਆਪਾਂ ਧਿਆਨ ਦੇਵਾਂਗੇ, ਤੁਸੀਂ ਇਹਦੇ ਵਿੱਚ ਥੋੜਾ ਜਿਹਾ ਮੈਪ ਨੂੰ ਐਕਸਪਲੇਨ ਕਰ ਦੇਣਾ ਕਿ ਮੈਪ ਹੁੰਦਾ ਕੀ ਹੈ। ਦੇਖੋ, ਜਿਵੇਂ ਲਾਈਨ ਬਣ ਸਕਦੀ ਹੈ ਮੈਪਸ ਆਰ ਰੀਅਲੀ ਯੂਜ਼ਫੁਲ ਮੋਡਸ ਜਾਂ ਫਿਰ ਫਾਰਮਸ ਆਫ ਨੈਵੀਗੇਸ਼ਨ। ਤਾਂ ਮੋਡ ਜਾਂ ਫਾਰਮ ਸੇ ਸਾਧਨ ਹੁੰਦੇ ਆ, ਨੈਵੀਗੇਸ਼ਨ ਰਾਹ ਦਿਖਾਉਣਾ। ਤਾਂ ਆਪਣਾ ਸੈਂਟੈਂਸ ਬਣ ਗਿਆ ਮੈਪਸ ਆਰ ਰੀਅਲੀ ਯੂਜ਼ਫੁਲ ਫਾਰਮਸ ਔਰ ਮੋਡਸ ਆਫ ਨੈਵੀਗੇਸ਼ਨ। ਹੁਣ ਆਪਾਂ ਸਟੋਰੀ ਪਾਉਣੀ ਹੈ। ਤਾਂ ਤੁਸੀਂ ਜਿਹੜਾ ਤੁਹਾਨੂੰ 1 ਮਿੰਟ ਮਿਲਣਾ, ਤੁਸੀਂ ਉਹਦੇ 'ਚ ਮੇਨ ਸਟੋਰੀ ਹੀ ਸੋਚਣੀ ਹੈ। ਜਿਵੇਂ ਕਿ ਵੈਨ ਇਟ ਵਾਸ, ਇਹ ਕਦੋਂ ਹੋਇਆ। ਤਾਂ ਆਪਾਂ ਕਹਿ ਸਕਦੇ ਹਾਂ ਕਿ ਮੈਂ ਮੈਪ ਵਰਤਿਆ। ਫੋਰ ਐਗਜ਼ਾਮਪਲ, ਤੁਸੀਂ ਕਿਸੇ ਵੱਡੀ ਸਿਟੀ ਗਏ ਜਿਵੇਂ ਕਿ ਚੰਡੀਗੜ੍ਹ, ਉੱਥੇ ਤੁਹਾਨੂੰ ਰਸਤੇ ਦਾ ਨਹੀਂ ਪਤਾ ਸੀ। ਫੋਰ ਐਗਜ਼ਾਮਪਲ, ਤੁਸੀਂ ਕਾਰ ਤੇ ਗਏ, ਤੁਹਾਨੂੰ ਰਸਤੇ ਦੀ ਨੌਲੇਜ ਨਹੀਂ ਸੀਗੀ। ਤਾਂ ਇਹ ਹੋਇਆ ਕਦੋਂ, ਇਹਦੇ ਲਈ ਆਪਾਂ ਥੋੜੀ ਜਿਹੀ ਵੋਕੈਬਲਰੀ ਪਾਵਾਂਗੇ। ਕਿੱਥੇ ਹੋਇਆ, ਚਲੋ ਤੁਸੀਂ ਸਿਟੀ ਆਪਦੀ ਕੋਈ ਸਿਲੈਕਟ ਕਰ ਸਕਦੇ ਹੋ, ਕੋਈ ਵੀ, ਜਿਵੇਂ ਕਿ ਮੈਂ ਚੰਡੀਗੜ੍ਹ ਲੈ ਰਿਹਾ। ਕਿਹੋ ਜਿਹਾ ਮੈਪ ਯੂਜ਼ ਕੀਤਾ, ਲਾਈਕ ਆਪਾਂ ਡਿਜੀਟਲ ਮੈਪ ਕਹਿ ਸਕਦੇ ਹਾਂ। ਅੱਜ ਕੱਲ੍ਹ ਗੂਗਲ ਮੈਪ ਤੇ ਮੈਪ ਪਏ ਰਹਿੰਦੇ ਆ। ਨੈਕਸਟ, ਉਹ ਕਿਵੇਂ ਤੁਹਾਡੇ ਲਈ ਸਹਾਇ ਹੋਇਆ, ਕਿਵੇਂ ਹੈਲਪਫੁਲ ਹੋਇਆ, ਤਾਂ ਉਹਦੇ ਬਾਰੇ ਵੀ ਥੋੜੀ ਜਿਹੀ ਗੱਲ ਕਰਾਂਗੇ। ਇਹਦੇ ਲਈ ਸਟੋਰੀ ਪਾਵਾਂਗੇ। ਮੈਂ ਕਿਸੇ ਵੱਡੇ ਸ਼ਹਿਰ ਗਿਆ, ਬਾਏ ਕਾਰ ਗਿਆ, ਰਸਤਾ ਪਤਾ ਨਹੀਂ ਸੀ, ਰਸਤਾ ਪੁੱਛਣ ਦੀ ਕੋਸ਼ਿਸ਼ ਕੀਤੀ, ਕਿਸੇ ਨੇ ਨਹੀਂ ਦੱਸਿਆ। ਫਿਰ ਇੱਕੋ ਦਮ ਦਿਮਾਗ 'ਚ ਆਈਡੀਆ ਆਇਆ ਕਿਉਂ ਨਾ ਗੂਗਲ ਮੈਪ ਤੇ ਡਿਜੀਟਲ ਮੈਪ ਨੂੰ ਵਰਤਿਆ ਜਾਵੇ। ਫਿਰ ਮੈਂ ਮੈਪ 'ਚ ਨੈਵੀਗੇਸ਼ਨ 'ਚ ਆਪਦਾ ਜਿੱਥੇ ਜਾਣਾ ਸੀ, ਆਪਦਾ ਡੈਸਟੀਨੇਸ਼ਨ, ਜਿੱਥੇ ਆਪਾਂ ਪਹੁੰਚਣਾ ਹੁੰਦਾ ਉਹਨੂੰ ਡੈਸਟੀਨੇਸ਼ਨ ਕਹਿੰਦੇ ਆ। ਤਾਂ ਮੈਂ ਉਹ ਜਗ੍ਹਾ ਦਾ ਡਿਟੇਲ ਭਰਤੀ ਤੇ ਉਹਨੇ ਮੈਨੂੰ ਸਾਰਾ ਰੂਟ ਕਲੀਅਰ ਕਰਤਾ। ਫਿਰ ਇਹ ਮਦਦਗਾਰ ਕਿਵੇਂ ਹੋਇਆ, ਤਾਂ ਇੱਥੇ ਆਪਾਂ ਈਡੀਅਮ ਵਰਤ ਸਕਦੇ ਹਾਂ ਕਿ ਇਟ ਸੇਵਡ ਮਾਈ ਡੇ। ਹੁਣ ਸੇਵਡ ਮਾਈ ਡੇ ਦਾ ਮਤਲਬ ਹੈ, ਜਾਂ ਮੇਡ ਮਾਈ ਡੇ ਕਹਿ ਸਕਦੇ। ਮੇਡ ਮਾਈ ਡੇ ਮਤਲਬ ਮੈਨੂੰ ਬੜਾ ਖੁਸ਼ ਕੀਤਾ ਕਿ ਮੈਂ ਬਹੁਤ ਹੀ ਸੌਖੇ ਤਰੀਕੇ ਨਾਲ ਸਮੇਂ ਸਿਰ ਉੱਥੇ ਪਹੁੰਚ ਗਿਆ। ਚਲੋ ਆਪਾਂ ਆਨਸਰ ਫਾਰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਕਿ ਫਸਟ ਲਾਈਨ ਹੋ ਚੁੱਕੀ ਹੈ ਰੀਫਰੇਜ਼ਿੰਗ। ਸੈਕਿੰਡ, ਆਪਾਂ ਥੋੜਾ ਜਿਹਾ ਮੈਪ ਬਾਰੇ ਦੱਸਤਾ ਕਿ ਇਹ ਰਾਹ ਦਿਖਾਉਂਦਾ ਹੈ। ਫਿਰ ਜਿਹੜੀ ਲਾਈਨ ਆਉਂਦੀ ਹੈ ਵੈਨ ਇਟ ਵਾਸ। ਤਾਂ ਇੱਥੇ ਦੇਖੋ, ਆਪਾਂ ਕਈ ਤਰੀਕੇ ਨਾਲ ਕਹਿ ਸਕਦੇ ਹਾਂ। ਉਹ 'ਚ ਇੱਕ ਵਧੀਆ ਤਰੀਕਾ ਇਟ ਹੈਪਨਡ। ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਪਿਛਲੇ ਹਫ਼ਤੇ ਹੋਇਆ,
ਜਦੋਂ ਕਿ ਮੈਂ ਫੈਮਿਲੀ ਨਾਲ ਕਿਸੇ ਟੂਰ ਤੇ ਗਿਆ ਸੀ, ਰਿਲੇਟਿਵ ਨੂੰ ਮਿਲਣ ਗਿਆ ਸੀਗਾ, ਤਾਂ ਆਪਾਂ ਕਹਿ ਸਕਦੇ ਹਾਂ ਇਟ ਹੈਪਨਡ ਲਾਸਟ ਵੀਕਐਂਡ when I went with my family to meet one of my close relative. Okay, ਫਿਰ ਤੁਸੀਂ ਕਾਹਦੇ ਤੇ ਗਏ? I took a car, ਮੈਂ ਕਾਰ ਤੇ ਗਿਆ। I traveled with my family, where it was। ਹੁਣ ਥੋੜਾ ਜਿਹਾ ਇਹਨੂੰ ਸਟ੍ਰੈਸ ਕਰਨ ਲਈ ਤੁਸੀਂ ਵਰਡ ਵਿਵਿਡਲੀ ਯੂਜ਼ ਕਰ ਸਕਦੇ ਹੋ। I remember vividly that I was in ਚੰਡੀਗੜ੍ਹ। ਤਾਂ ਫਿਰ ਇਹ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਕਿ ਉੱਥੇ ਮੈਨੂੰ ਰਸਤੇ ਦਾ ਪਤਾ ਨਹੀਂ ਲੱਗ ਰਿਹਾ ਸੀਗਾ ਤੇ ਮੈਂ ਬਹੁਤ ਹੀ ਇੱਕ ਔਖੀ ਸਿਚੁਏਸ਼ਨ 'ਚ ਫਸ ਗਿਆ ਸੀ। ਔਖੀ ਸਿਚੁਏਸ਼ਨ ਲਈ ਈਡੀਅਮ ਯੂਜ਼ ਕਰਦੇ ਹਾਂ catch 22 situation। ਤਾਂ ਇਹਨੂੰ ਆਪਾਂ ਇਸ ਤਰ੍ਹਾਂ ਬਣਾ ਸਕਦੇ ਹਾਂ when I entered Chandigarh I knew the address and I asked a person about the address but he was unable to guide me, navigate me, direct me, give me the direction। ਮੈਨੂੰ ਬੜਾ ਔਖਾ ਲੱਗਿਆ। I find myself in a catch 22 situation। ਮੈਨੂੰ ਐ ਲੱਗਿਆ ਮੈਂ ਇੱਕ ਬੁਰਾ ਫਸ ਗਿਆ ਕਿਉਂਕਿ ਮੈਂ ਆ ਤਾਂ ਗਿਆ ਸੀ, ਗੱਡੀ ਵੀ ਆਪਦੀ ਲੈ ਬਟ ਰਸਤਾ ਮੈਂ ਪੁੱਛਿਆ ਹੀ ਨਹੀਂ ਜਿਹਦੇ ਘਰੇ ਜਾਣਾ ਸੀਗਾ। ਤੇ ਤੋਂ ਬਾਅਦ ਇੱਕੋ ਦਮ ਮੇਰੇ ਦਿਮਾਗ 'ਚ ਆਈ suddenly it came to my mind to use Google Maps। The Google Maps is a digital form of map। I opened the app ਜਾਂ ਫਿਰ ਤੁਸੀਂ ਐਵੇਂ ਕਹਿ ਸਕਦੇ ਹੋ ਕਿ I downloaded the app immediately from the App Store, Play Store। Later मैं वो address भरिया। I entered the address to my destination, of my destination भी हो सकता जिवें मैं पहला गल कीती है destination वो जगह जिथे तुसीं पहुंचना होगा। फिर तुसीं ऐ भी कह सकते हो मेरी चंगी किस्मत सी कि इंटरनेट भी उस दिन बहुत वधिया चल रहा सी। तो ਉਹਦੇ ਲਈ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ fortunately ਹੁੰਦਾ ਹੈ ਕਿ ਚੰਗੀ ਕਿਸਮਤ। Fortunately on that day the internet was working well and within no time ਨਾਲ ਦੀ ਨਾਲ ਹੀ ਥੋੜਾ ਹੀ ਸਮਾਂ ਲਾ ਕੇ ਨਾ ਬਰਾਬਰ ਹੀ ਸਮਾਂ ਲੱਗਿਆ within no time it मतलब ਐਪ ਲਈ ਆਪਾਂ it यूज कर रहे हैं। it gave me the entire map, entire route map, entire route ਉਹਨੇ ਮੇਰੇ ਲਈ ਬਣਾਤਾ ਇੱਥੋਂ ਇੱਥੇ ਜਾਓ, ਖੱਬੇ ਜਾਓ, ਸੱਜੇ ਜਾਓ and so on। with the help of this map I was able to reach my destination not only but also ला दो not only on time but also safely but also without wasting my time। ਤਾਂ ਇਹ ਤੋਂ ਬਾਅਦ ਵਿੱਚ ਮੈਪ ਕਿਵੇਂ ਹੈਲਪਫੁਲ ਹੋਇਆ ਤੇ ਕਿਵੇਂ? ਤਾਂ believe me it was a real life saver, it practically made my day। ਇਹ ਤੋਂ ਬਾਅਦ ਤੁਸੀਂ ਇਹਨੂੰ ਰੈਪ ਅਪ ਕਰ ਸਕਦੇ ਹੋ, ਹੋਰ ਵੀ ਕੁਝ ਕੰਟੈਂਟ ਐਡ ਕਰਨਾ ਤਾਂ ਕਰ ਸਕਦੇ ਹੋ। ਲਾਈਕ ਜਦੋਂ ਮੈਂ ਗੂਗਲ ਮੈਪ ਯੂਜ਼ ਕਰ ਰਿਹਾ ਸੀਗਾ ਤਾਂ ਨਾਟ ਓਨਲੀ ਇਹਨੇ ਮੈਨੂੰ ਡਾਇਰੈਕਸ਼ਨ ਦਿੱਤੀ, ਉਹਨੇ ਨਾਲ ਮੈਨੂੰ ਆਡੀਓ ਇਨਪੁਟ ਵੀ ਦਿੱਤੀ, ਲਾਈਕ ਬੋਲ ਕੇ ਵੀ ਦੱਸਿਆ। ਠੀਕ ਹੈ, ਤਾਂ ਉਹਨੂੰ ਕਹਾਂਗੇ ਆਪਾਂ ਇਟ ਗੇਵ ਮੀ ਆਡੀਓ ਡਾਇਰੈਕਸ਼ਨਸ। ਤਾਂ ਉਹਨੂੰ ਉਸ ਤਰ੍ਹਾਂ ਵੀ ਕਹਿ ਸਕਦੇ ਆਪਾਂ ਇਹਨੂੰ।
ਫਿਰ ਆਪਾਂ ਇਹਨੂੰ ਐਂਡ ਕਿਵੇਂ ਕਰਨਾ, ਰੈਪ ਅਪ ਕਿਵੇਂ ਕਰਨਾ, ਐਗਜ਼ਾਮੀਨਰ ਨੂੰ ਕਿਵੇਂ ਦੱਸਣਾ ਕਿ ਹਾਂ ਬਈ ਮੈਂ ਬੋਲ ਚੁੱਕਿਆ, ਮੈਂ ਜੋ ਬੋਲਣਾ ਸੀ, ਸਪੋਜ਼ ਉਹਨੇ ਤੁਹਾਨੂੰ ਪਹਿਲਾਂ ਨਹੀਂ ਰੋਕਿਆ, ਤਾਂ ਇੱਥੇ ਈਡੀਓਮੈਟਿਕ ਲੈਂਗੁਏਜ ਦੇ ਨੰਬਰ ਹੈਗੇ ਆ, ਲਾਈਕ ਜਿਵੇਂ ਕੈਚ 22 ਸਿਚੁਏਸ਼ਨ ਆਪਾਂ ਵਰਤਿਆ, ਜਿਵੇਂ ਮੇਡ ਮਾਈ ਡੇ ਵਰਤਿਆ, ਇੱਥੇ ਆਪਾਂ ਆਲ ਇਨ ਆਲ ਵਰਤਾਂਗੇ। ਆਲ ਇਨ ਆਲ ਹੁਣ ਆਪਾਂ ਕੁਐਸਚਨ ਨੂੰ ਐਜ਼ ਇਟ ਇਜ਼ ਕੋਟ ਕਰ ਦਾਂਗੇ, ਕਿਉਂਕਿ ਪਹਿਲਾਂ ਆਪਾਂ ਕੁਐਸਚਨ ਨੂੰ ਰੀਫਰੇਜ਼ ਕੀਤਾ ਸੀਗਾ। ਤਾਂ all in all, it was a time when I used a map। ਤੇ ਹੋਰ ਵੀ ਇਹਨੂੰ ਆਪਾਂ ਅੱਗੇ ਐਡ ਕਰ ਸਕਦੇ ਹਾਂ, and this worked wonder for me। worked wonder for me ਮਤਲਬ ਬਹੁਤ ਹੀ ਵਧੀਆ ਮੇਰੇ ਲਈ ਕੰਮ ਕੀਤਾ। ਪਾਰਟ 3 ਦੇ ਕੁਐਸਚਨ ਹੈ ਡਿਸਕਸ਼ਨ ਦੇ, have you ever got lost somewhere? ਕੀ ਤੁਸੀਂ ਕਦੇ ਕਿਤੇ ਗਵਾਚੇ ਹੋ? ਚਲੋ ਆਨਸਰ ਕਰਨ ਦੇ ਤਰੀਕੇ ਕਈ ਹੋ ਸਕਦੇ ਆ, ਜੋ ਤੁਹਾਡੀ ਸੋਚ ਵਿੱਚ ਆਉਂਦਾ ਤੁਸੀਂ ਉਸ ਮੁਤਾਬਿਕ ਪਾਰਟ 3 ਨੂੰ ਆਨਸਰ ਕਰ ਸਕਦੇ ਹੋ। ਬਟ ਇੱਕ ਤਰੀਕਾ ਜਿਹਦੇ ਨਾਲ ਆਪਾਂ ਥੋੜੀ ਜਿਹੀ ਵੋਕੈਬ ਕੁਆਲਿਟੀ ਦੀ ਪਾ ਸਕਦੇ ਹਾਂ ਤੇ ਚੰਗੇ ਨੰਬਰ ਲੈ ਸਕਦੇ ਹਾਂ, ਆਪਾਂ ਇਹਨੂੰ ਇਸ ਤਰ੍ਹਾਂ ਆਨਸਰ ਕਰ ਸਕਦੇ ਹਾਂ, ਵੈਲ ਇਟ ਹੈਜ਼ ਹੈਪਨਡ ਅ ਨੰਬਰ ਆਫ ਟਾਈਮਸ। ਇਹ ਕਈ ਵਾਰੀ ਹੋਇਆ। ਵੈਲ ਇਟ ਹੈਜ਼ ਹੈਪਨਡ ਅ ਨੰਬਰ ਆਫ ਟਾਈਮਸ। ਤਾਂ ਹੁਣ ਆਪਾਂ ਕਹਿੰਦੇ ਆ ਕਿ ਕਿਤੇ ਗਵਾਚਣਾ, ਉਹਨੂੰ ਆਪਾਂ ਕਹਿੰਦੇ ਆ ਲੂਜ਼ ਦੀ ਸੈਂਸ ਆਫ ਡਾਇਰੈਕਸ਼ਨ। ਲੂਜ਼ ਦੀ ਸੈਂਸ ਆਫ ਡਾਇਰੈਕਸ਼ਨ। ਤਾਂ ਲਾਈਨ ਬਣ ਗਈ, ਇਟ ਹੈਜ਼ ਹੈਪਨਡ ਅ ਨੰਬਰ ਆਫ ਟਾਈਮਸ ਵੈਨ ਆਈ ਹੈਵ ਲੋਸਟ ਦੀ ਸੈਂਸ ਆਫ ਡਾਇਰੈਕਸ਼ਨ। ਤੇ ਇੱਕ ਆਪਾਂ ਹੁਣ ਕਹਿਣਾ ਹੈ ਕਿ ਲੇਟਲੀ ਹੁਣੇ ਜਿਹੀ ਹੋਇਆਗਾ, the most recent instance was when, ਮਤਲਬ ਹੁਣੇ ਜਿਹੜਾ ਵਾਕਿਆ ਹੋਇਆ ਉਹ ਸੀਗਾ the most recent instance was when I went to a hill station and I lost the touch ਹੁੰਦਾ contact ਟੁੱਟ ਗਿਆ, I lost the touch with my family and I found myself, ਜਿੱਥੇ ਕੋਈ ਵੀ ਬੰਦਾ ਨਾ ਹੋਵੇ ਉਹਨੂੰ ਕਹਿੰਦੇ no man's land। I found myself in no man's land। ਤਾਂ ਇਹਦੇ ਆਪਾਂ ਕੰਟਰਰੀ, ਇਹਦੇ ਉਲਟ ਵੀ ਆਪਾਂ ਦੇ ਸਕਦੇ ਹਾਂ। whereas in nowadays due to the availability of ਮਤਲਬ ਮੌਜੂਦਗੀ ਹੋਣਾ, nowadays due to the availability of new technical ਜਾਂ modern technical appliances ਜਾਂ modern apps that help us to navigate, it is now less common to get lost। next question है, what would you do if you got lost in the city? ਹੁਣ ਤੁਸੀਂ ਕੀ ਕਰੋਗੇ? ਤੁਸੀਂ ਸਿਟੀ ਵਿੱਚ ਗਵਾਚ ਗਏ ਹੋ। ਪਹਿਲੀ ਚੀਜ਼ ਜਿਹੜੀ ਦਿਮਾਗ 'ਚ ਆਉਂਦੀ ਆ ਉਹ ਹੈ ਕਿ ਤੁਸੀਂ ਇੰਟਰਨੈਟ ਦੀ ਵਰਤੋਂ ਕਰੋਗੇ। ਠੀਕ ਹੈ, ਤੁਸੀਂ ਪ੍ਰੈਜ਼ੈਂਟ ਲੋਕੇਸ਼ਨ ਨੂੰ ਦੇਖੋਗੇ ਤੇ ਕਿੱਥੇ ਤੁਸੀਂ ਜਾਣਾ, ਜਿਵੇਂ ਫਿਲ ਕਰ ਲਓਗੇ ਆਪਾਂ ਕਿਊ ਕਾਰਡ ਵਿੱਚ ਕੀਤਾ ਸੀਗਾ। ਦੂਜਾ ਜਿਹੜਾ ਹੈਗਾਗਾ ਕਿ ਤੁਸੀਂ ਕਿਤੇ ਨੇੜੇ ਤੇੜੇ ਵਾਲੇ ਦੀ ਮਦਦ ਲਓਗੇ, ਕੋਈ ਨੇੜੇ ਤੇੜੇ ਤੁਹਾਡੇ ਤੁਰਿਆ ਜਾਂਦਾ ਤੁਸੀਂ ਉਹਦੀ ਮਦਦ ਲਓਗੇ। ਠੀਕ ਹੈ, ਤਾਂ ਹੋਰ ਵੀ ਕਈ ਚੀਜ਼ਾਂ ਹੋ ਸਕਦੀਆਂ, ਜਿਵੇਂ ਆਪਾਂ ਇਹਨੂੰ ਇਸੇ ਤਰ੍ਹਾਂ ਆਨਸਰ ਕਰਨਾ ਹੋਵੇ ਤਾਂ ਆਪਾਂ ਕਵਾਂਗੇ ਇਨ ਕੇਸ, ਮੰਨ ਲਓ ਇਨ ਕੇਸ I got lost in the city, ਤਾਂ I will obviously turn on my mobile phone and open the navigation app or the website such as Google Maps। another possible solution, ਦੂਜਾ possible solution ਹੋ ਸਕਦਾ ਹੈ, another possible solution could be to ask a person, to ask someone who is near to me, who is passing by me, about the direction, to give me the direction। next question, can getting lost have any positive outcomes?
ਸੋ ਇਫ ਸੋ ਵਾਟ ਆਰ ਦੇ। ਤਾਂ ਹੁਣ ਤੁਸੀਂ ਗਵਾਚ ਗਏ ਕਿ ਇਹਦਾ ਕੋਈ ਫਾਇਦਾ ਹੋ ਸਕਦਾ ਹੈ। ਚਲੋ ਮੰਨ ਲੈਂਦੇ ਹਾਂ ਕਿ ਹੋ ਸਕਦਾ ਹੈ। ਫੋਰ ਐਗਜ਼ਾਮਪਲ ਤੁਸੀਂ ਕਿਸੇ ਨਵੀਂ ਜਗ੍ਹਾ ਨੂੰ ਡਿਸਕਵਰ ਕਰ ਸਕਦੇ ਹੋ। ਲਾਈਕ ਵੈਸੇ ਨਵੀਂ ਨਹੀਂ ਹੋ ਸਕਦੀ, ਤੁਹਾਡੇ ਲਈ ਨਵੀਂ ਹੋ ਸਕਦੀ ਹੈ। ਆਪਣੇ ਸ਼ਹਿਰ ਵਿੱਚ ਰਹਿੰਦੇ ਆ, ਕਦੇ ਕਦੇ ਇਹੋ ਜਿਹੀ ਗਲੀ ਜਾ ਵੜੀਦਾ, ਇਹੋ ਜਿਹੀ ਜਗ੍ਹਾ ਜਾ ਵੜੀਦਾ ਜਿਹੜੇ ਕਦੇ ਗਏ ਨਹੀਂ ਹੁੰਦੇ। ਤਾਂ ਇਸ ਕੇਸ ਵਿੱਚ ਆਪਾਂ ਕਹਿ ਸਕਦੇ ਹਾਂ ਤਾਂ of course it may happen that getting lost or losing sense of direction can help us to discover new places, like those new to us, new to me. For example, last week I lost the sense of direction and found myself at a place that was totally new to me. Believe me, it had a picturesque view. Picturesque view ਹੁੰਦਾ scenery ਵਰਗਾ, and I was deeply, ਚਲੋ ਆਪਾਂ ਕਹਿ ਸਕਦੇ ਹਾਂ ਕਿ ਉਹਨੇ ਮੈਨੂੰ ਰੀਫਰੈਸ਼ ਕੀਤਾ। ਤਾਂ ਉਹਨੇ ਮੈਨੂੰ ਦਿਮਾਗ ਨੂੰ ਫਰੈਸ਼ ਕੀਤਾ। ਤਾਂ ਬਿਲੀਵ ਮੀ, I was totally surprised. Next question. Would you ask for help if you got lost? ਤਾਂ ਕੀ ਤੁਸੀਂ ਹੈਲਪ ਮੰਗੋਗੇ ਜੇ ਤੁਸੀਂ ਗਵਾਚ ਗਏ? ਤਾਂ in case I got lost, first of all, I will try to go for self-help. That is, I will try to refer to a map, a physical or a digital map, or if I feel helpless, finally, I will go for asking help from someone else. Why do you think some people won't ask for help when they are lost? Well, it is an interesting question. ਤੁਸੀਂ ਇਸ ਤਰ੍ਹਾਂ ਥੋੜਾ ਟਾਈਮ ਲੈ ਸਕਦੇ ਹੋ ਸੋਚਣ ਲਈ। ਔਖਾ ਕੁਐਸਚਨ ਹੈ, ਥੋੜਾ ਲੱਗਦਾ ਪਿਆ, ਠੀਕ ਹੈ। ਤਾਂ ਕੁਝ ਕੁ ਲੋਕ ਹੈਲਪ ਕਿਉਂ ਨਹੀਂ ਮੰਗਣਗੇ ਜਦ ਕਿ ਗਵਾ ਚੁੱਕੇ ਹਨ, ਠੀਕ ਹੈ। ਤਾਂ ਕੁਛ ਹੱਦ ਤੱਕ ਇੱਥੇ ਤੁਸੀਂ ਵਰਡ ਕਹਿ ਸਕਦੇ ਹੋ ਕਿ ਉਹ ਜ਼ਿਆਦਾ ਇੰਟਰੋਵਰਟ ਹੋਣਗੇ ਨਾ। ਮਤਲਬ ਕੁਛ ਕੁ ਬੰਦੇ ਕਹਿੰਦੇ ਆ ਕਿ ਨਹੀਂ ਜੀ, ਮਤਲਬ ਸੰਗਦੇ ਹੈ ਨਾ, ਠੀਕ ਹੈ। ਤਾਂ well, it is an interesting question. I suppose it may only happen, or it may most probably happen in case if a person is an introvert and he okay, ਹੁਣ ਕਨਵਰਸੇਸ਼ਨ ਨੂੰ ਗੱਲਬਾਤ ਨੂੰ ਸਟਾਰਟ ਕਰਨਾ, ਗੱਲਬਾਤ ਕਰਨਾ ਹੁੰਦਾ ਸਟ੍ਰਾਈਕ ਆ ਕਨਵਰਸੇਸ਼ਨ, ਤੇ ਪਰਹੇਜ਼ ਕਰਨਾ ਹੁੰਦਾ ਰਿਫਰੇਨ ਫਰੋਮ। ਤਾਂ ਇੱਥੇ ਕਵਾਂਗੇ ਇਨ ਕੇਸ, ਲਾਈਕ in case, only in case if the person is an introvert and he refrains from striking a conversation, तो किसी भी गलबात ਨੂੰ ਸ਼ੁਰੂ ਕਰਨ ਤੋਂ ਡਰਦਾ ਹੈ, ਸੰਗਦਾ ਹੈ। Final last question ਹੈ, do you think younger and older people behave differently when they get lost? Why? ਇਹੋ ਜਿਹਾ ਕੁਐਸਚਨ ਇੱਕ ਅੱਧਾ ਆ ਜਾਂਦਾ ਹੈ ਤੇ ਮੈਂ ਇੱਕ ਈਡੀਅਮ ਦੀ ਸਲਾਹ ਦਿੰਦਾ, ਖਾਸ ਤੌਰ ਤੇ ਜਦੋਂ ਆਪਾਂ ਬੰਦਿਆਂ ਦੀ ਗੱਲ ਕਰ ਰਹੇ ਹਾਂ, ਹਿਊਮਨ ਬੀਇੰਗਸ ਦੀ ਗੱਲ ਕਰ ਰਹੇ ਹਾਂ, ਆਪਾਂ ਯੂਜ਼ ਕਰ ਸਕਦੇ ਹਾਂ ਦੇ ਆਰ ਪੋਲਸ ਅਪਾਰਟ। ਉਹ ਜਮਾਂ ਹੀ ਵੱਖੋ ਵੱਖ ਨੇ। ਤਾਂ ਜੇ ਤੁਸੀਂ ਬਿਲੀਵ ਕਰਦੇ ਹੋ ਕਿ ਹਾਂ ਬਈ ਉਹਨਾਂ ਦਾ ਵਿਹਾਰ ਹੈ, ਬਿਹੇਵੀਅਰ ਹੈ, ਉਹ ਵੱਖਰਾ ਵੱਖਰਾ ਹੋਊਗਾ, ਤਾਂ ਸਿੰਪਲੀ ਤੁਸੀਂ ਕਹਿ ਸਕਦੇ ਹੋ ਲਾਈਕ ਡੂ ਯੂ ਥਿੰਕ ਹੈ। ਤਾਂ ਇਹਨੂੰ ਵੀ ਰੀਫਰੇਸ ਕਰ ਸਕਦੇ ਹਾਂ, ਆਈ ਹੋਲਡ ਅ ਬਿਲੀਫ ਸਿਸਟਮ ਦੈਟ, ਆਈ ਹੋਲਡ ਅ ਬਿਲੀਫ ਸਿਸਟਮ ਦੈਟ, ਮਤਲਬ ਮੈਂ ਸੋਚਦਾ ਹਾਂ, ਜਾਂ ਆਈ ਹੈਵ ਅ ਓਪੀਨੀਅਨ ਦੈਟ,
ਜਾਂ ਫਿਰ ਇਨ ਮਾਈ ਓਪੀਨੀਅਨ, ਇਨ ਮਾਈ ਵਿਊ। ਤਾਂ ਇੱਥੇ ਆਪਾਂ ਕਹਿ ਸਕਦੇ ਹਾਂ I hold a belief system that they are poles apart। ਉਹ ਜਮਾਂ ਹੀ ਵੱਖਰੋ ਵੱਖਰੇ ਨੇ। that is their behavior differ greatly। take the case of a young boy who will instantly मतलब ਇੱਕੋਦਮ who will instantly use his mobile to navigate and find and get the direction, whereas older people ਨੂੰ ਤੁਸੀਂ grey haired people ਵੀ ਕਹਿੰਦੇ ਹੋ, older people prefer to ask from others or from their life experience they try to get it work by themselves। that is they try to like ਆਪਾਂ ਕਹਿ ਸਕਦੇ ਹਾਂ ਕਿ ਆਪਦੇ ਆਪ ਹੀ ਡਾਇਰੈਕਸ਼ਨ ਨੂੰ ਭਾਲਣ ਦੀ ਕੋਸ਼ਿਸ਼ ਕਰਨਾ। they try to guess। why ਉਹਨੇ ਕਿਹਾ? it is simply because रीजन देना है। it is simply because younger generation ਜਾਂ young people are tech freaks। मतलब वो टेक्नोलॉजी ਨੂੰ बड़े गिज्जे होए है, whereas older people prefer to communicate। they are rather extroverts or ambiverts most of the time, and from the experience of their life the experience ਨੂੰ ਵਰਤ ਕੇ they try to solve it by themselves। ਆਪਦੇ ਆਪ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਆ।